चलो आपा की दस्या जी कंपाउंड माइक्रोस्कोप अनमोल दसेगा जो एक्सप्लेन किया हुन तक है तो कोई कुछ एक्सप्लेन किया हैगा नहीं समझ आ गया चल ਅਸੀਂ ਦੱਸਿਆ ਪੁੱਤ ਇੱਕ ਵਾਰ ਇੱਕ ਰਿਵਿਊ ਉਸ ਨੂੰ ਦੁਬਾਰਾ ਕਰ ਰਹੇ ਹਾਂ ਕਿ ਵੀ ਜਦੋਂ ਤੁਸੀਂ ਕੰਪਾਊਂਡ ਮਾਈਕਰੋਸਕੋਪ ਲਓਗੇ ਤਾਂ ਚ ਦੋ ਲੈਂਸ ਸਿਸਟਮ ਆ ਬਾਈ ਕਨਵੈਕਸ ਯਾਨੀ ਡਬਲ ਲੈਂਸ ਦਾ ਸਿਸਟਮ ਹੋਏਗਾ ਦੋਨੋਂ ਦੇ ਦੋਨੋਂ ਲੈਂਸ ਜਿਹੜੇ ਨੇ ਅਸੀਂ ਕਨਵੈਕਸ ਲੈਂਸ ਕੰਸੀਡਰ ਕਰ ਰਹੇ ਹਾਂ ਫਰਸਟ ਲੈਂਸ ਸਮਾਲ ਅਪਰਚਰ ਸਮਾਲਰ ਫੋਕਲ ਲੈਂਥ ਦਾ ਸੈਕੰਡ ਲੈਂਸ ਮੇਰੇ ਕੋਲ ਲਾਰਜ ਅਪਰਚਰ ਤੇ ਇੰਟਰਮੀਡੀਏਟ ਫੋਕਲ ਲੈਂਥ ਆ ਜਾਏਗਾ ਉਸ ਤੋਂ ਬਾਅਦ ਫਰਸਟ ਲੈਂਸ ਨੇ ਹਮੇਸ਼ਾ ਦੇ ਲਈ ਰੀਅਲ ਇਮੇਜ ਉਹਦੇ ਲਈ ਆਬਜੈਕਟ ਇਸ ਲੈਂਸ ਦੇ ਫੋਕਸ ਤੋਂ ਪਿੱਛੇ ਰੱਖ ਲਿਆ ठीक है ਤੇ ਇਹਦੀ ਰੀਅਲ ਇਮੇਜ ਜਿਹੜੀ ਆ ਉਹ ਲੈਂਸ ਦੇ ਬੈਕ ਤੇ ਕਿਸੇ ਪੁਆਇੰਟ ਤੇ ਆ ਗਈ ਤੇ a' b' ਮੇਰੇ ਕੋਲ ਇਸ ਲੈਂਸ ਦੀ ਇਮੇਜ ਬਣ ਗਈ ਜਿਹੜੀ ਇਸ ਲੈਂਸ ਦੀ ਇਮੇਜ ਆਈ ਆ ਇਹ ਅਗਲੇ ਲੈਂਸ ਦੀ ਆਬਜੈਕਟ ਆ ਪਰ ਕਿਉਂਕਿ ਇਹ ਰੀਅਲ ਆਬਜੈਕਟ ਨਹੀਂ ਰੀਅਲ ਆਬਜੈਕਟ ਇੱਥੇ ਸੀਗਾ ਇਸ ਲਈ ਮੇਰਾ वर्चुअल ऑब्जेक्ट आ जाएगा वर्चुअल ऑब्जेक्ट दी वर्चुअल इमेज बनानी है कि कहना जी ओदी इनफिनिटी ते इमेज बनानी है दो केसेस जे मैं एदी इमेज फाइनल जड़ी है वो इनफिनिटी ते बनानी है फिर तुसी इस मूवमेंट ते रे दूजी दे पैरेलल रखनी पहली गल दूजा आही पॉइंट इस लेंस दा फोकस भी होएगा क्योंकि कोई ऑब्जेक्ट इमेज इनफिनिटी ते उदों दिंदा जदों ऑब्जेक्ट इत्थे होवे फोकस ते गल समझ लगी जो बोलिया मैं कि ਅਸੀਂ ਕਹਿੰਦੇ ਜੀ when the image will be form at infinity where the object ਤਾਂ ਅਸੀਂ ਕਹਿੰਦੇ ਜੀ it always to be at the focus ਹੈ ਨਾ ਇਹਦਾ ਮਤਲਬ ਜਿਹੜਾ FE ਮੈਂ ਹੁਣ ਇੱਥੇ ਲਿਖਦਾ ਫਿਰ ਇਸੇ ਨੂੰ ਅਸੀਂ FE ਪੁਆਇੰਟ ਨਾਮ ਦਵਾਂਗੇ ਇਹੀ ਮੇਰੇ ਕੋਲ ਆਬਜੈਕਟ ਦੀ ਲੋਕੇਸ਼ਨ ਹੋਏਗੀ ਤੇ ਇਹੀ ਪੁਆਇੰਟ ਇਸ ਲੈਂਸ ਦਾ ਫੋਕਸ ਵੀ ਹੋਏਗਾ ਪਰ ਕਿਉਂਕਿ ਐਸੋ ਦੇ ਅਸੀਂ ਕੇਸ ਲੈਣ ਲੱਗੇ ਕਿ when final image is formed at the least distance of distinct vision ਤੇ least distance of distinct vision ਦੱਸਿਆ ਸੀ ਪੁੱਤ ਕਿਹਨੂੰ ਕਹਿੰਦੇ कहते जी it is the minimum distance from the eyepiece इनो ऑब्जेक्टिव लेंस इनो आई लेंस ते तीजी मेरी अख वाला लेंस ठीक है जी तीजा जेड़ा अख वाला लेंस है ओनु सी आई पीस कहते हैं वो कहता जी जेड़ा ਅਸੀਂ ਕਹਿੰਦੇ कि भी एज सच ਇਹਨੇ सेकंड लेंस ने इमेज बनानी है बेटा वो इमेज मेरे अख वाले लेंस ਲਈ ऑब्जेक्ट है ठीक है ना वो इमेज मेरे अख वाले लेंस ਲਈ ऑब्जेक्ट है ते फिर फाइनल इमेज मेरा रेटिना ते बनी गल समझ लग रही ਉਹਦੇ ਲਈ ਜਿਹੜਾ ਆਬਜੈਕਟ ਮੇਰੀ ਅੱਖ ਲਈ ਬਣਨਾ ਵਾ ਹਨਾ ਉਹ ਕਿੱਥੇ ਹੋਣਾ ਚਾਹੀਦਾ ਕਹਿੰਦਾ ਜੀ ਤੁਹਾਡੇ ਆਈ ਤੋਂ ਲੀਸਟ ਡਿਸਟੈਂਸ ਤੇ ਠੀਕ ਹੈ ਇਹਦਾ ਮਤਲਬ ਜੇ ਆਪਾਂ ਬੈਕ ਸਾਈਡ ਤੇ ਕਿਤੇ ਸ਼ੋ ਆਫ ਕਰੀਏ ਅਸੀਂ ਕਹਿੰਦੇ ਜੀ ਜੇ ਆ ਮੇਰੇ ਕੋਲ ਆਈ ਦੀ ਲੋਕੇਸ਼ਨ ਆ ਜਾਏ ਤੇ ਇਹਦੇ ਅਕੋਰਡਿੰਗਲੀ ਜਿੱਥੇ ਵੀ ਇਮੇਜ ਹੁਣ ਬਣ ਕੇ ਆਏਗੀ ਇਸ ਲੈਂਸ ਦੀ ਉਹਦਾ ਡਿਸਟੈਂਸ ਇਸ ਲੈਂਸ ਤੋਂ ਆਈ ਪੀਸ ਤੋਂ ਹਨਾ ਉਹ ਲੀਸਟ ਡਿਸਟੈਂਸ ਹੋਏਗਾ ਲੀਸਟ ਡਿਸਟੈਂਸ ਦੀ ਵੈਲਿਊ ਨਾਰਮਲ ਆਈ ਵਾਸਤੇ 25 ਸੈਂਟੀਮੀਟਰ ਲੈ ਕੇ ਚੱਲਦੇ यानी ਇਹਦੇ ਤੋਂ 25 ਸੈਂਟੀਮੀਟਰ ਤੇ ਉਹ ਇਮੇਜ ਗਿਣੀ ਜਾਏਗੀ ਪਰ ਆਪਾਂ ਉਹ ਚ ਇੱਕ ਅਸੰਪਸ਼ਨ ਦਿੱਤੀ ਸੀ ਕਿ ਵੀ ਜਿਹੜਾ C2 ਤੋਂ ਲੈ ਕੇ ਜਿੱਥੇ ਵੀ ਇਮੇਜ ਆਈ ਉਹਦਾ ਜਿੰਨਾ ਡਿਸਟੈਂਸ ਹੋਏਗਾ ਉਹੀ ਅਸੀਂ ਲੀਸਟ ਡਿਸਟੈਂਸ ਮੰਨ ਲੈਂਦੇ ਕਾਰਨ ਉਹਦਾ ਇਹ ਸੀਗਾ ਕਿ ਵੀ ਇਸ ਆਈ ਲੈਂਸ ਤੇ ਆਈ ਪੀਸ ਦੇ ਵਿਚਲਾ ਜਿਹੜਾ ਗੈਪ ਹੈਗਾ ਇਹਨੂੰ ਅਸੀਂ ਕੰਸੀਡਰ ਨਹੀਂ ਕਰਦੇ ਇਹ ਨਿਕਲ ਕਲੀਅਰ ਹੁਣ ਇਹਦੇ ਲਈ ਫਿਰ ਆਪਾਂ ਪਹਿਲਾਂ ਇਸ ਲੈਂਸ ਦੀ ਵਰਚੁਅਲ ਇਮੇਜ ਬਣਾਣੀ ਆ ਉਹਦੇ ਲਈ ਇਹਨੂੰ ਬੈਕਵਰਡ ਪ੍ਰੋਡਿਊਸ ਕਰਦੇ ਚੱਲੋ ठीक है जी किसी एक पॉइंट पे आके से कहना जी रे इतने मीट आउट कर जाएंगे ते आ पोजीशन पे देखो हां ये जरूरी नहीं कि भी ਇਹਦੇ ਇਨਵਰਟ ਵੀ ਨਹੀਂ ਦਿਖਾਣੀ ਹੈ ਇਹ ਇਮੇਜ ਕੱਢ ਕੇ ਇੱਥੇ ਵੀ ਲਿਆ ਸਕਦੇ ਠੀਕ ਹੈ ਨਾ ਮਤਲਬ ਇਸ ਲੈਂਸ ਦੇ ਅੱਗੇ ਬਣੀ ਹੈ ਵਰਚੁਅਲ ਇਮੇਜ ਉਹ ਇਸ ਲੈਂਸ ਤੋਂ ਇਸ ਸਾਈਡ ਜਾਂ ਇਸ ਸਾਈਡ ਕਿਤੇ ਵੀ ਸ਼ੋ ਆਫ ਕਰ ਸਕਦੇ ਔਰ ਇਹ ਸਾਰੀ ਐਡਜਸਟਮੈਂਟ ਕਰਦੇ ਕਿਹਦੇ ਨਾਲ ਉਹਨੂੰ ਅਸੀਂ ਨਾਮ ਦਿੰਦੇ ਹਾਂ ਰੈਕ ਐਂਡ ਪੀਨੀਅਨ ਅਰੇਂਜਮੈਂਟ ਇੱਕ ਵਰਡ ਦਾ ਨਾਮ ਲੈ ਰਹੇ ਹਾਂ ਰੈਕ रैक एंड पिनियन अरेंजमेंट कहना भी ਇਹ ਕਿਹੜਾ ਅਰੇਂਜਮੈਂਟ ਤੇ ਅਸੀਂ ਜੇ ਮਾਈਕਰੋਸਕੋਪ ਨਾਰਮਲੀ ਦੇਖੀਏ ਹਨਾ ਤੁਸੀਂ ਕਹਿੰਦੇ ਕਿ ਉਹਦੇ ਚ ਕੀ ਹੁੰਦਾ ਇੱਕ ਸਕਰੀਊ ਲੱਗਿਆ ਹੋਇਆ ਉਹਨੂੰ ਸਕਰੀਊ ਤੁਸੀਂ ਜਦੋਂ ਅਪ ਐਂਡ ਡਾਊਨ ਕਰਦੇ ਤੇ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਟਿਊਬ ਵੱਡੀ ਆ ਉਹਦੇ ਵਿੱਚ ਥੱਲੇ ਇੱਕ ਲੈਂਸ ਲੱਗਾ ਹੋਇਆ ਆਬਜੈਕਟਿਵ ਲੈਂਸ ਆ ਉਹਦੇ ਵਿੱਚ ਇੱਕ ਛੋਟੀ ਟਿਊਬ ਆ ਉਹਦੇ ਚ ਮੇਰਾ ਆਈ ਲੈਂਸ ਆ ਠੀਕ ਹੈ ਤੇ ਜਦੋਂ ਸਕਰੀਊ ਮੂਵ ਕਰਾਣੇ ਤੇ ਆਹ ਲੈਂਥ ਉੱਪਰ ਥੱਲੇ ਹੁੰਦੀ पता दसदा पे जिदा पर बाइनोकुलर से सिंपल ले लिए बाइनोकुलर ते स्क्रू लगे होया एक मोटा ओदे च आ गया जेड़ा पार्ट आ गया ओदे च एक लेंस आ गया दूजा ओदे अंदर बाहर मूव करदा पे ठीक है ना वो जेड़ा अरेंजमेंट आ जिन्ना सी लेंसेस दे विचला डिस्टेंस चेंज करदे आ उस अरेंजमेंट ਨੂੰ ਅਸੀਂ ਨਾਮ ਦਿੰਦੇ ਹਾਂ रैक एंड पिनियन अरेंजमेंट उस अरेंजमेंट ਦੀ ਹੈਲਪ ਨਾਲ इस पोजीशन ਤੇ मेरे को एज सच इमेज आ जाएगी जिसका नाम A डबल डैश B डबल डैश आ जाएगा चलो इना क्लियर
ਹੁਣ ਜਿਹੜੀ ਇਹ ਇਮੇਜ ਆਈ ਆ ਜੇ ਇਸ ਲੈਂਸ ਤੋਂ ਉਹਦਾ ਡਿਸਟੈਂਸ ਦੱਸਾਂ ਤੇ ਇਹਨੂੰ VE ਲਿਖੋਗੇ ਜਿਹੜਾ ਇਸ ਲੈਂਸ ਤੋਂ ਇੱਥੇ ਤੱਕ ਦਾ ਡਿਸਟੈਂਸ ਹੈ ਮੇਰਾ UE ਹੋਏਗਾ ਜਿਹੜਾ ਇਸ ਲੈਂਸ ਤੋਂ ਇੱਥੇ ਤੱਕ ਦਾ ਡਿਸਟੈਂਸ ਹੈ ਮੇਰਾ FE ਹੋਏਗਾ ਸਾਈਨ ਬਾਅਦ ਚ ਲਾ ਦਾਂਗੇ ਤਿੰਨ ਡਿਸਟੈਂਸ ਇਸ ਲੈਂਸ ਲਈ ਹੋ ਗਏ ਤਿੰਨ ਡਿਸਟੈਂਸ ਆਪਾਂ ਇਸ ਲੈਂਸ ਦੇ ਬੋਲੇ ਸੀ ਇੱਕ ਇਹਦਾ UO ਆ ਗਿਆ ਹੁਣ ਇੱਥੇ ਡਿਸਟੈਂਸ ਬਣਾ ਦਿੰਦੇ ਕਿਉਂਕਿ ਫਿਗਰ ਬਣ ਚੁੱਕੀ ਆ ਇੱਕ ਮੇਰਾ FO ਆ ਗਿਆ ਤੇ ਇੱਕ ਮੇਰੇ ਕੋਲ ਇੱਥੋਂ ਲੈ ਕੇ ਕਿਤੇ ਕਿਤੇ ਦਿਖਾ ਦਿੰਦੇ ਇੱਥੋਂ ਲੈ ਕੇ ਜਿੱਥੇ ਇਮੇਜ ਆਈ ਆ ਇੱਥੇ ਤੱਕ ਦਾ ਡਿਸਟੈਂਸ ਜਿਹੜਾ ਉਹ ਮੇਰਾ VO ਆ ਕਲੀਅਰ ਇਹ 6 ਡਿਸਟੈਂਸ ਦਿਖਾਲਣ ਤੋਂ ਬਾਅਦ ਇੱਕ ਹੋਰ ਦਿਖਾ ਦਿੰਦਾ ਹੁੰਦਾ ਇਸ ਲੈਂਸ ਦੇ ਸੈਂਟਰ ਤੋਂ ਇਸ ਲੈਂਸ ਦੇ ਸੈਂਟਰ ਤੱਕ ਦਾ ਡਿਸਟੈਂਸ ਜਿੰਨਾ ਆ ਡਿਸਟੈਂਸ ਹੋਏਗਾ ਇਹਨੂੰ ਅਸੀਂ ਲੈਂਥ ਆਫ ਮਾਈਕਰੋਸਕੋਪ ਟਿਊਬ ਕਹਿੰਦੇ ਆ ਕਿ ਮਾਈਕਰੋਸਕੋਪ ਦੀ ਜਿਹੜੀ ਪੂਰੀ ਟਿਊਬ ਹੋਏਗੀ ਉਹਦੀ ਟੋਟਲ ਲੈਂਥ L ਨਾਲ ਰਿਪਰੈਜ਼ੈਂਟ ਕਰ ਦੋ ਔਰ ਇਹਦੀ ਵੈਲਿਊ ਇੱਥੋਂ C1 ਤੋਂ ਲੈ ਕੇ B' ਤੱਕ B0 ਆ B' ਤੋਂ ਲੈ ਕੇ C2 ਤੱਕ UE ਆ ਠੀਕ ਹੈ ਪਰ ਇੱਕ ਗੱਲ ਧਿਆਨ ਰੱਖਿਓ ਨਾਰਮਲੀ ਇੱਥੇ VO ਪਲੱਸ ਦਾ ਵਾ ਤੇ UE ਮਾਈਨਸ ਦਾ ਹਨਾ ਪਰ ਇੱਥੇ ਪੁੱਤਰ ਕਿਉਂਕਿ ਅਸੀਂ ਸਿਰਫ ਇੱਥੋਂ ਲੈ ਕੇ ਇੱਥੇ ਤੱਕ ਦੀ ਲੈਂਥ ਗਿਣਦੇ ਪਏ ਇਸ ਲਈ VO ਮਾਈਨਸ UE ਨਹੀਂ ਆਏਗਾ ठीक है ना इतों 10 सेंटीमीटर आ ते 4 सेंटीमीटर अगे मतलब 10 + 4 होया वा ए नहीं करूंगा 10 - 4 क्या के 6 सेंटीमीटर का ठीक है जी सो L की वैल्यू कितनी आ गई VO + UE रे डायग्राम कंप्लीट है जी ठीक है जी मेन समझने वाली चीज से की जे एच डाउट है एक बार मेरे पहले दस दो इस कोई चीज नहीं समझ लगी होवे ठीक है वो एक बार जरूर बोलो क्या रे डायग्राम क्लियर है बच्चे यस सर चल ਹੁਣ ਇਹਦੇ ਮੈਥਮੈਟੀਕਲ ਵੱਲ ਚੱਲ ਰਹੇ ਹਾਂ ਮੈਥਮੈਟੀਕਲ ਚ ਅਸੀਂ ਕਿਹਾ ਸੀਗਾ ਕਿ ਹਰ ਟੌਪਿਕ ਦੇ ਅੰਦਰ ਸਿੰਪਲ ਮਾਈਕਰੋਸਕੋਪ ਕੰਪਾਊਂਡ ਮਾਈਕਰੋਸਕੋਪ ਤੇ ਅੱਗੇ ਟੈਲੀਸਕੋਪ ਵਾਲੇ ਸਾਰੇ ਹੀ ਆਰਟੀਕਲ ਚ ਤੁਸੀਂ ਮੈਗਨੀਫਾਈਂਗ ਪਾਵਰ ਜਿਹੜੀ ਉਹ ਕੈਲਕੂਲੇਟ ਕਰਨੀ ਤੇ ਮੈਗਨੀਫਾਈਂਗ ਪਾਵਰ ਹਮੇਸ਼ਾ ਦੋ ਐਂਗਲ ਦੀ ਰੇਸ਼ੋ ਨੂੰ ਕਹਿੰਦੇ ਨੇ ਕਹਿੰਦਾ ਜੀ ਬੀਟਾ ਐਂਡ ਅਲਫਾ ਬੀਟਾ ਇਜ਼ ਦਾ ਐਂਗਲ ਕਹਿੰਦਾ ਜੀ ਫਾਰਮ ਬਾਈ ਦਾ ਇਮੇਜ ਅਲਫਾ ਇਜ਼ ਦਾ ਐਂਗਲ ਫਾਰਮ ਬਾਈ ਦਾ ਆਬਜੈਕਟ ਇਹਦੀ ਡੈਫੀਨੇਸ਼ਨ ਨੂੰ ਧਿਆਨ ਨਾਲ ਸੁਣ ਲਓ magnifying power the definition the word sige it is the ratio of the angle subtended at the eye by the final image to that of the original object when both image and object they are taken at the least distance मतलब ये होया कि इस आई तो ਜਦੋਂ ਫਾਈਨਲ ਇਮੇਜ ਤੇ origignal ਆਬਜੈਕਟ ਦੋਨੋਂ ਦੇ ਦੋਨੋਂ ਜਿਹੜੇ ਨੇ ਇਸ ਆਈ ਤੋਂ ਇਹ ਲੀਸਟ ਡਿਸਟੈਂਸ ਤੇ ਪਏ ਹੋਣਗੇ ਹਨਾ ਉਦੋਂ ਜਿੰਨਾ ਜਿੰਨਾ ਐਂਗਲ ਇਹਨਾਂ ਨੇ ਸਬਟੈਂਡ ਕੀਤਾ ਹੋਏਗਾ ਉਸ ਐਂਗਲ ਦੀ ਰੇਸ਼ੋ ਨੂੰ ਅਸੀਂ ਮੈਗਨੀਫਾਈਂਗ ਪਾਵਰ ਕਹਿੰਦੇ ਹਾਂ। क्या ਇਹ ਗੱਲ ਸਮਝ ਲੱਗਦੀ ਪਈ ਕਿ ਤੁਸੀਂ ਜਿਹੜਾ ਬੀਟਾ ਤੇ ਅਲਫਾ ਲੈਣੇ ਇਹ ਦੋਨੋਂ ਐਂਗਲ ਕਿਹੜੇ ਆ ਇੱਕ ਇਮੇਜ ਨੇ ਬਣਾਉਣਾ ਇੱਕ ਆਬਜੈਕਟ ਪਰ ਦੋਨੋਂ ਐਂਗਲ ਉਦੋਂ ਗਿਣਨੇ ਜਦੋਂ ਦੋਨੇ ਹੀ ਇਮੇਜ ਤੇ ਆਬਜੈਕਟ ਇਹ ਦੋਨੋਂ ਕਿੱਥੇ ਹੋਣ फाइनल इमेजरी ਤੇ ओरिजिनल ऑब्जेक्ट दोनों ਦੇ ਦਿਨ ਤੁਹਾਡੇ आई ਤੋਂ ਠੀਕ ਹੈ ਜੀ ਲੀਸਟ ਡਿਸਟੈਂਸ ਤੇ ਆਉਂਦੇ ਹੋ ਪਰ ਜੇ ਮੈਂ ਐਸਾ ਚ ਲੈ ਕੇ ਚੱਲਾਂ ਜੇ ਮੈਂ ਆ ਕਵਾਂ ਇੱਕ ਗੱਲ ਅਸੀਂ ਪਹਿਲਾਂ ਕਹਿ ਲਈ ਕਿ ਇਸ आई ਲੈਂਸ ਤੇ आई ਪੀਸ ਦੇ ਵਿੱਚ ਦਾ ਗੈਪ ਹੈ ਨਹੀਂ ਇਸ ਲਈ ਜੇ C2 ਤੋਂ ਲੈ ਕੇ B ਡਬਲ ਡੈਸ਼ ਤੋਂ ਧਿਆਨ ਨਾਲ ਲਗਾ ਕੇ ਸਮਝਿਓ ਚੀਜ਼ਾਂ ਸਮਝਣ ਵਾਲੀਆਂ ਮੈਂ ਜਿੱਥੇ ਟਾਈਮ ਨਾਲ ਆ ਰਿਹਾ C2 ਤੋਂ ਲੈ ਕੇ B ਡਬਲ ਡੈਸ਼ ਤੱਕ ਜੇ ਡਿਸਟੈਂਸ ਮੇਰਾ BE ਆ ਤੇ ਇਥੋਂ I ਤੋਂ ਇਹ ਡਿਸਟੈਂਸ ਮੇਰਾ D ਆ ठीक है पर क्योंकि आ गैप कितने नहीं गिनिया जा रहा इसलिए BE दी वैल्यू मेरी D ਦੇ ਬਰਾਬਰ इसलिए ਜਦੋਂ ਤੁਸੀਂ ਕਹਿੰਦੇ ਜੀ ਐਂਗਲ ਸਬਟੈਂਡਡ ਐਟ ਦਾ I ਤੇ ਉਹ ਜਿਹੜਾ ਐਂਗਲ I ਤੇ ਸਬਟੈਂਡ ਹੋਣਾ ਉਹੀ ਐਂਗਲ ਅਸੀਂ ਇਸ C2 ਤੇ ਕੰਸੀਡਰ ਕਰ ਜਾਣਾ ਠੀਕ ਹੈ ਯਾਨੀ ਆ ਫਾਈਨਲ ਇਮੇਜ ਜਿਹੜੀ ਬਣੀ ਹੋਈ ਆ ਇਸ ਫਾਈਨਲ ਇਮੇਜ ਨੇ ਇਸ ਲਾਈਨ ਦੇ ਅਕੋਰਡਿੰਗਲੀ ਜਿਹੜਾ ਐਂਗਲ ਤੁਹਾਡੇ I ਤੇ ਸਬਟੈਂਡ ਕਰਨਾ ਆ ਐਂਗਲ ਨੂੰ ਅਸੀਂ ਨਾਮ ਦੇ ਦਿੰਦੇ ਇਹ ਬੀਟਾ ਐਂਗਲ ਆ ਜੂ ठीक है दूजा एंगल ऑब्जेक्ट ने बनाना ते जे C2 तो लेके B डबल डैश तक दा डिस्टेंस लीस्ट डिस्टेंस है फिर C2 तो लेके B तक दा डिस्टेंस लीस्ट नहीं हो सकते तो उससे ज्यादा फिर ਆਪਾਂ ਕੀ ਕਰਦੇ ਇਹਨੂੰ ਵੀ ਲੀਸਟ ਤੇ ਕੰਸੀਡਰ ਕਰਨ ਲਈ ਇਹਦੀ ਹਾਈਟ ਦੇ ਬਰਾਬਰ ਦੀ ਹਾਈਟ ਇੱਥੇ ਡਰਾ ਕਰਨੀ ਸੀ ਅਸੀਂ ਕਲੀਅਰ ਹੈ ਨਿਗਮ ਜਿੰਨੀ ਆਬਜੈਕਟ ਦੀ ਹਾਈਟ ਆ ਉਨੀ ਹੀ ਹਾਈਟ ਤੁਸੀਂ ਜਿਹੜੀ ਆ ਉਹ B ਡਬਲ ਡੈਸ਼ ਵਾਲੀ ਥਾਂ ਤੇ ਡਰਾ ਕਰ ਦਿਓ A1 B ਡਬਲ ਡੈਸ਼ ਦਾ ਨਾਮ ਆ ਗਿਆ ਤੇ ਇਹ ਵੀ ਐਸ ਦੇ C2 ਤੋਂ ਜਿਹੜਾ ਡਿਸਟੈਂਸ ਲੀਸਟ ਹੋ ਗਿਆ ਤੇ ਇਹਨੇ ਜਿਹੜਾ ਐਂਗਲ ਇਸ ਤੁਹਾਡੇ I ਦੇ ਉੱਤੇ ਸਬਟੈਂਡ ਕੀਤਾ ਠੀਕ ਹੈ ਜੀ ਆ ਐਂਗਲ ਮੇਰਾ ਅਲਫਾ ਆ ਜਾਏਗਾ ਕਿ ਐਂਗਲ ਆਪਾਂ ਕਿੱਥੇ ਲਿੱਤੇ ਔਰ ਆ ਸਾਈਡ ਕਿਉਂ ਡਰਾ ਕੀਤੀ ਕਿੰਨੀ ਗੱਲ ਸਮਝ ਆਈ ਇਹਨਾਂ ਸਮਝ ਲੱਗ ਰਿਹਾ ਬੇਟਾ
Yes, sir. Yes, sir. चलो हुन नेक्स्ट लाइन च सीगा कि जे ए एंगल स्मॉल है ते बीटा नो सी tan बीटा और अल्फा नो सी tan अल्फा ने डिफाइन कर दी ते tan बीटा tan अल्फा दी वैल्यू काढ दो tan बीटा वास्ते मेरे को थलड़े पोर्शन च ट्रायंगल बनी हुई है tan अल्फा वाले पासे च मेरे को ऊपर ट्रायंगल हैगी है दोनों राइट एंगल ट्रायंगल दी वैल्यू भर दी देयरफॉर m आ जाएगा a डबल डैश b डबल डैश ओवर आ गया जी c टू b डबल डैश तो भाई इधर लिख दो tan अल्फा रिवर्स करके अपने को कंडीशन आ गई c टू b डबल डैश ओवर a1 b डबल डैश ਇਹਦੇ ਜੋ c2 b ਡਬਲ ਡੈਸ਼ ਆਪਣਾ ਨਿਕਲ ਜਾਣਾ ਆਪਣੇ ਕੋਲ ਆ ਗਿਆ a ਡਬਲ ਡੈਸ਼ b ਡਬਲ ਡੈਸ਼ ਓਵਰ a1 ਬਟ a1 b ਡਬਲ ਡੈਸ਼ ਦੀ ਹਾਈਟ ਜਿਹੜੀ ਉਹ ab ਵਾਲੀ ਹੈ ਇਸ ਲਈ ਇਹਦੀ ਜਗ੍ਹਾ ਤੇ ab ਨਾਲ ਡਿਫਾਈਨ ਕਰ ਦੋ ਆਪਣੇ ਕੋਲ ਆ ਗਿਆ a ਡਬਲ ਡੈਸ਼ b ਡਬਲ ਡੈਸ਼ ਓਵਰ ab ਹੁਣ ਅਗਲਾ ਸਟੈਪ ਸਮਝਣ ਵਾਲਾ मैग्नीफाइंग तो पावर कह दो मैग्निफिकेशन कह दो एंगुलर मैग्निफिकेशन कह दो ਆਪਾਂ ਟੈਂਸ਼ਨ ਵੀ ਪੜੀ ठीक है ਇਹਨੂੰ ਦੋ ਥਾਂ ਤੋਂ ਡਿਫਾਈਨ ਕਰਦੇ ਇਟ ਇਜ਼ ਦ ਰੇਸ਼ੋ ਆਫ ਹਾਈਟ ਆਫ ਇਮੇਜ ਟੂ ਦ ਹਾਈਟ ਆਫ ਆਬਜੈਕਟ ਦੂਜੇ ਪਾਸੇ ਅਸੀਂ ਕਹਿੰਦੇ ਜਿਹੜੀ ਦਾ ਰੇਸ਼ੋ ਆਫ ਡਿਸਟੈਂਸ ਆਫ ਇਮੇਜ ਟੂ ਦ ਡਿਸਟੈਂਸ ਆਫ ਆਬਜੈਕਟ ਇਹਨਾਂ ਕਲੀਅਰ ਹੁਣ ਆ ਦੋਨਾਂ ਦੇ ਵਿੱਚੋਂ ਇੱਕ ਰੇਸ਼ੋ ਆ ਜਾਂ ਦੂਜੀ ਰੇਸ਼ੋ ਆ ਅਸੀਂ ਕਿਸੇ ਫਾਰਮ ਚ ਵੀ ਮੈਗਨੀਫਿਕੇਸ਼ਨ ਦੱਸਦੇ ਹਾਂ ਹੁਣ ਜੇ ਤੇ ਧਿਆਨ ਦਿਓ a डबल डैश b डबल डैश की चीज आई है मेरी हाइट ऑफ फाइनल इमेज आई ठीक है ना a भी मेरा किया हाइट ऑफ ओरिजिनल ऑब्जेक्ट ਤੇ ਜਿਹੜੀ ਐਸ ਐਚ ਆਪਾਂ ਲੈ ਕੇ ਚੱਲੀਏ ਇਹ ਕਿਹਦੀ ਮੈਗਨੀਫਿਕੇਸ਼ਨ ਹੋਈ ਕਹਿੰਦਾ ਜੀ ਆਪਣੇ ਲੈਂਸ ਦਾ ਦੋ ਆ ਠੀਕ ਹੈ ਨਾ ਜੇ ਮੈਂ ਇਹਨੂੰ ਲੈਂਸ ਲੈ ਕੇ ਚੱਲਾਂ ਆਬਜੈਕਟਿਵ ਲੈਂਸ ਨੂੰ ਪਹਿਲਾਂ ਇਹਦੇ ਲਈ ਜੇ ਇਹ ਆਬਜੈਕਟ ਸੀ ਤੇ ਇਹਦੀ ਆ ਇਮੇਜ ਨਹੀਂ ਤੇ ਜੇ ਆ ਇਮੇਜ ਹੈ ਤੇ ਇਹਦੇ ਲਈ ਇਹ ਆਬਜੈਕਟ ਨਹੀਂ ਇਹਦਾ ਮਤਲਬ ਜਿਹੜੀ ਆ ਵਿਚਲਾ ਇੰਟਰਮੀਡੀਏਟ ਵਾਲਾ ਪੁਆਇੰਟ ਹੈਗਾ a' b' ਵਾਲਾ ਹਨਾ ਇਹ ਪਹਿਲੇ ਲੈਂਸ ਲਈ ਇਮੇਜ ਆ ਦੂਜੀ ਵਾਲੀ ਇਹ ਆਬਜੈਕਟ ਆ ਇਹਨੇ ਐਸ ਐਚ ਕਹਿੰਦਾ ਜੀ ਇਹਦੇ ਲਈ ਜਦੋਂ ਆਬਜੈਕਟ ਬਣਨਾ ਤੇ ਇਹਦੇ ਲਈ ਜਦੋਂ ਇਹਨੇ ਇਮੇਜ ਬਣਨਾ ਇਹਦੀ ਗੱਲ ਵਿੱਚ ਕਿਤੇ ਵੀ ਨਹੀਂ ਹੈ ਉਹਦੇ ਲਈ ਆਪਾਂ ਨੈਕਸਟ ਸਟੈਪ ਦੇ ਅੰਦਰ ਆਪਣੇ ਕੋਲੋਂ ਇਹਨੂੰ a' b' ਨਾਲ ਮਲਟੀਪਲਾਈ ਤੇ a' b' ਨਾਲ ਕਿਤਰਾ ਡਿਵਾਈਡ ਇਹਨੂੰ ਜੇ ਰੀਅਰੇਂਜ ਕਰ ਲਵਾਂ a डबल डैश b डबल डैश ओवर a डैश b डैश into a डैश b डैश ओवर a b इस बिना लिख सकते जी क्लियर है ਹੁਣ ਜੇ ਆ ਰੇਸ਼ੋ ਦੇਖੋ ਜਰਾ ਧਿਆਨ ਨਾਲ ਚੈੱਕ ਕਰਕੇ ਕੀ ਚੀਜ਼ ਆਈ ਹੈ a डबल डैश b डबल डैश हाइट ऑफ फाइनल इमेज टू दैट ऑफ a डैश b डैश हाइट ऑफ ऑब्जेक्ट यानी जे ਇੰਨੀ ਚੀਜ਼ ਨੂੰ ਪੜਾਂ ਤੇ ਇਹ ਦੋਨੋਂ ਦੀਆਂ ਦੋਨੋਂ ਹਾਈਟ ਜਿਹੜੀਆਂ ਨੇ आई लेंस ਤੇ ਅਕੋਰਡਿੰਗਲੀ ਆਈਆਂ ਹਨਾ ਯਾਨੀ h2 ओवर h1 ਬਣਿਆ इस आई लेंस का ਇਹਦਾ ਮਤਲਬ ਇੰਨੀ ਚੀਜ਼ ਨੂੰ ਮੈਂ ਲਿਖਣਾ ਹੋਵੇ ਤੇ therefore m equal to m e ਆ ਜਾਏਗਾ ਫਿਰ m is the magnification produced by the कहना जी आई लेंस और ਇਹਨੂੰ ਪੜ ਕੇ ਦੇਖੋ ਇਹ ਕੀ ਚੀਜ਼ ਬਣਦੀ ਨਹੀਂ a' b' ਆ ਚੀਜ਼ ਆਈ ਓਵਰ ab ਆ ਚੀਜ਼ ਇਹਦਾ ਮਤਲਬ ਫਿਰ ਇਹ ਇਮੇਜ ਹਾਈਟ ਆਈ ਤੇ ਆ ਮੇਰੀ ऑब्जेक्ट हाइट आई और ये दोनों चीजें ऐसा इस ऑब्जेक्टिव लेंस ਦੀ मैग्निफिकेशन ਨੂੰ ਸ਼ੋ ਕਰਦੀਆਂ ਸੋ ਇਹਨੂੰ ਮੈਂ एमओ लिख दिंदा ਹੁਣ ਇੱਥੇ ਇੱਕ ਗੱਲ ਸਮਝਿਓ ਧਿਆਨ ਨਾਲ ਇਹਦਾ ਮਤਲਬ ਆ ਪੂਰੇ ਦੇ ਪੂਰੇ ਮਾਈਕਰੋਸਕੋਪ ਦੀ ਜਿਹੜੀ ਮੈਗਨੀਫਿਕੇਸ਼ਨ ਆ ਹਨਾ ਉਹ ਇੰਡੀਵਿਜੂਅਲ ਲੈਂਸਸ ਦੀ ਮੈਗਨੀਫਿਕੇਸ਼ਨ ਦੇ ਪ੍ਰੋਡਕਟ ਤੋਂ ਆਉਂਦੀ ਮੈਂ ਕਿਸੇ ਗੱਲ ਤੇ ਸਟ੍ਰੈਸ ਦਿੱਤੀ ਇਹਦਾ ਕਾਰਨ ਆ ਜੇ ਮੈਨੂੰ ਦੋ ਲੈਂਸ ਦਿੱਤੇ ਆ ਮੈਨੂੰ ਇਹ ਕਹੇ ਜੀ ਕਿ ਵੀ ਇਕੁਇਵਲੈਂਟ ਫੋਕਲ ਲੈਂਥ ਕੱਢੋ ਜਾਂ ਇਕੁਇਵਲੈਂਟ ਪਾਵਰ ਆਫ ਦਾ ਲੈਂਸ ਕੱਢੋ ਤੇ ਉਹ ਅਸੀਂ ਪਿਛਲੇ ਟੌਪਿਕ ਵਿੱਚ ਕੀਤਾ ਸੀ ਕਿ ਜੇ ਦੋ ਲੈਂਸ ਕੰਬਾਈਨ ਕੀਤੇ ਆ ਤੇ ਇਹਨਾਂ ਦੀ ਫੋਕਲ ਲੈਂਥ ਦੀ ਰੈਸਿਪਰੋਕਲ ਐਡੀਸ਼ਨ ਕਰ ਦਿਓ ਤੇ ਤੁਹਾਡੇ ਨਵੇਂ ਬਣੇ ਲੈਂਸ ਦੀ ਫੋਕਲ ਲੈਂਥ ਆ ਜੇ ਪਾਵਰ ਕੱਢਣੀ ਹੋਵੇ ਤੇ ਪਾਵਰ ਇਹਨਾਂ ਦੀ ਇੰਡੀਵਿਜੂਅਲ ਐਡ ਕਰਦੇ ਚੱਲੋ ਤੇ ਟੋਟਲ ਪਾਵਰ ਆ ਜਾਏ ਤੇ ਜੇ ਮੈਂ ਟੋਟਲ ਮੈਗਨੀਫਿਕੇਸ਼ਨ ਕੱਢਣੀ ਹੋਵੇ ਤੇ ਮੈਗਨੀਫਿਕੇਸ਼ਨ ਇਹਨਾਂ ਦੀ ਪ੍ਰੋਡਕਟ ਜਾਂ ਰੈਸਿਪਰੋਕਲ ਮੈਗਨੀਫਿਕੇਸ਼ਨ ਜਿਹੜੀ ਆ ਉਹ ਇਹਨਾਂ ਦੀ ਐਡੀਸ਼ਨ ਤੋਂ ਨਹੀਂ ਆਉਂਦੀ ਮੈਗਨੀਫਿਕੇਸ਼ਨ ਇੰਡੀਵਿਜੂਅਲ ਲੈਂਸਸ ਦੀ ਕਹਿੰਦਾ ਜੀ ਪ੍ਰੋਡਕਟ ਤੋਂ ਆਉਂਦੀ ਪਈ ਯਾਨੀ ਜੇ ਮੈਂ ਐਮ ਕੱਢਣਾ ਹੋਵੇ ਕਿ ਵੀ ਦੋ ਲੈਂਸਸ ਤਿੰਨ ਲੈਂਸਸ ਦੀਆਂ ਇਹਨਾਂ ਦੇ 10 ਲੈਂਸਸ ਕੰਟੈਕਟ ਪਏ ਆ ਉਹ ਕਹਿੰਦਾ ਟੋਟਲ ਮੈਗਨੀਫਿਕੇਸ਼ਨ ਕਿੰਨੀ ਅਸੀਂ ਕਹਿੰਦੇ ਜੀ ਮੈਗਨੀਫਿਕੇਸ਼ਨ ਇਜ਼ ਗਿਵਨ ਬਾਈ ਪ੍ਰੋਡਕਟ ਆਫ ਦਾ ਇੰਡੀਵਿਜੂਅਲ ਮੈਗਨੀਫਿਕੇਸ਼ਨ ਅਗਰ ਸਮਝ ਲੱਗੀ मैं इतने एक टर्म होर ऐड करने लग गया ਉਹਨੂੰ ਸਮਝੇ ਧਿਆਨ ਨਾਲ ਆਪਾਂ ਇੱਕ ਟੌਪਿਕ ਪੜਿਆ ਕਹਿੰਦਾ ਜੀ ਕੰਬੀਨੇਸ਼ਨ ਆਫ ਲੈਂਸਸ ਠੀਕ ਹੈ ਉਹਦੀ ਇਕੁਇਵਲੈਂਟ ਫੋਕਲ ਲੈਂਥ ਕੱਢੀ ਸੀਗੀ ਉੱਥੇ ਤਿੰਨ ਪੁਆਇੰਟ ਲਿਖਾਇਆ ਕਿ ਵੀ ਅਸੀਂ ਕਿਉਂ ਲੈਂਸ ਕੰਬਾਈਨ ਕਰਦੇ ਹਾਂ ਕਿ ਵੀ ਤੁਸੀਂ ਕਿਸੇ ਪਰਪਸ ਲਈ ਇੱਕ ਥਿਕ ਲੈਂਸ ਵਰਤਣਾ ਹੋਵੇ ਤੁਸੀਂ ਇੱਕ ਥਿਕ ਲੈਂਸ ਲਗਾਉਣ ਦੀ ਥਾਂ ਤੇ ਉੱਥੇ ਅਸੀਂ ਕਹਿੰਦੇ ਜੀ ਮਲਟੀਪਲ ਲੈਂਸਸ ਇਨ ਕੰਬੀਨੇਸ਼ਨ ਚ ਲੈ ਲਓ
कहना भी ਉਹਦੀ ਐਡਵਾਂਟੇਜ ਕੀ ਹੈ। ਤੇ ਪਹਿਲੀ ਐਡਵਾਂਟੇਜ ਉਹਦੀ ਸਭ ਤੋਂ ਵੱਡੀ ਆਈ ਆ ਕਿ ਵੀ ਇੱਕ ਥਿਕ ਲੈਂਸ ਦੇ ਵਿੱਚ ਇੱਕ ਪ੍ਰੋਬਲਮ ਆਉਣ ਦੇ ਚਾਂਸਸ ਹੁੰਦੇ ਕਿ ਜਿੰਨਾ ਲੈਂਸ ਥਿਕ ਹੁੰਦਾ ਜਾਏਗਾ ਹਨਾ ਉਹਦੀ ਬੈਂਡਿੰਗ ਕਰਨੀ ਉਨੀ ਔਖੀ ਹੋਏਗੀ। ਉਹਨੂੰ ਅਸੀਂ ਨਾਮ ਦਿੰਦੇ ਸਫੈਰਿਕਲ ਅਬਰੇਸ਼ਨਸ ਕਿ ਵੀ ਲੈਂਸ ਪ੍ਰੋਪਰ ਗ੍ਰਾਈਂਡ ਨਹੀਂ ਹੋ ਪਾਉਂਦਾ। ਜਿੰਨਾ ਲੈਂਸ ਮੋਟਾ ਹੁੰਦਾ ਜਾਏਗਾ ਉਹਦੀ ਗ੍ਰਾਈਂਡਿੰਗ ਉਨੀ ਟਫ ਹੁੰਦੀ ਜਾਂਦੀ ਤੇ ਜਦੋਂ ਪ੍ਰੋਪਰ ਗ੍ਰਾਈਂਡ ਨਹੀਂ ਹੁੰਦਾ ਤੇ ਉਹਦੇ ਚੋਂ ਸਾਰੀਆਂ ਲਾਈਟ ਰੇ ਪ੍ਰੋਪਰ ਵੇ ਨਾਲ ਰੀਫਰੈਕਟ ਨਹੀਂ ਹੋ ਪਾਉਂਦੀ। मतलब ਉਹਦੇ ਚ ਆ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਕਿ ਜੇ ਲੈਂਸ ਮੇਰਾ ਥਿਕ ਲੈਂਸ ਹੋਏਗਾ ਨਾ ਤੇ ਜਦੋਂ ਇਸ ਲੈਂਸ ਚੋਂ ਲਾਈਟ ਰੇ ਪਾਸ ਕਰਦੀਆਂ ਇਹ ਸਾਰੀਆਂ ਰੇਜ਼ ਇੱਕ ਪੁਆਇੰਟ ਤੇ ਨਹੀਂ ਕਨਵਰਜ ਕਰ ਪਾਉਂਦੀਆਂ, ਮਲਟੀਪਲ ਪੁਆਇੰਟ ਤੇ ਕਨਵਰਜ ਕਰਦੀ ਜਿਹਦੇ ਕਰਕੇ ਇਹਨੂੰ ਅਸੀਂ ਕਹਿੰਦੇ ਇਹ ਸਫੈਰਿਕਲ ਅਬਰੇਸ਼ਨਸ ਆ ਯਾਨੀ ਸਫੈਰਿਕਲ ਡਿਫੈਕਟ ਵਾ ਤੁਹਾਡੇ ਲੈਂਸ ਦੇ ਔਰ ਇਹਦੇ ਕਰਕੇ ਤੁਹਾਡੇ ਕੋਲ ਇਮੇਜ ਦੀ ਕਲੈਰਿਟੀ ਘਟਦੀ। ਉਹ ਕਹਿੰਦਾ ਫਿਰ ਥਿਕ ਲੈਂਸ ਲੈਣ ਦੀ ਥਾਂ ਤੇ ਤੁਸੀਂ ਇਸ ਵੇ ਨਾਲ ਜਿਹੜੇ ਲੈਂਸਸ ਨੇ ਉਹ ਇਨ ਕੰਬੀਨੇਸ਼ਨ ਲੈ ਤੇ ਇਹਦੀ ਇੱਕ ਤੇ ਸਭ ਤੋਂ ਵੱਡੀ ਐਡਵਾਂਟੇਜ ਹੈ ਕਿ ਜਦੋਂ ਲੈਂਸ ਥਿਨ ਰਹਿ ਜਾਏਗਾ ਹਨਾ ਉਹ ਚ ਇਸ ਟਾਈਪ ਦੇ ਸਫੈਰਿਕਲ ਅਬਰੇਸ਼ਨਸ ਨਹੀਂ ਆਉਂਦੀਆਂ। ਦੂਜੀ ਐਡਵਾਂਟੇਜ ਇਹ ਹੈ ਕਿ ਵੀ ਇੱਕ ਥਿਕ ਲੈਂਸ ਦੀ ਮੈਗਨੀਫਿਕੇਸ਼ਨ ਨਾਲੋਂ ਜਦੋਂ ਮਲਟੀਪਲ ਲੈਂਸਸ ਕੰਬੀਨੇਸ਼ਨ ਚ ਰੱਖਾਂਗਾ ਤੇ ਟੋਟਲ ਮੈਗਨੀਫਿਕੇਸ਼ਨ ਇਹਨਾਂ ਦੀ ਪ੍ਰੋਡਕਟ ਫਾਰਮ ਤੋਂ ਵੱਧਦੀ ਹੈ। ਪ੍ਰੋਡਕਟ ਫਾਰਮ ਚੱਲਦੀ ਹੈ ਜਿਹਦੇ ਕਰਕੇ ਓਵਰਆਲ ਮੈਗਨੀਫਿਕੇਸ਼ਨ ਥਿਕ ਲੈਂਸ ਦੇ ਨਾਲੋਂ ਜ਼ਿਆਦਾ ਆ ਜਾਂਦੀ ਹੈ। ਇਸ ਲਈ ਜੇ ਅਸੀਂ ਫਾਈਨਲ ਇਮੇਜ ਨੂੰ ਮੈਗਨੀਫਾਈ ਕਰਨਾ ਹੋਵੇ ਤੇ ਤੁਸੀਂ ਇੱਕ ਥਿਕ ਲੈਂਸ ਦੀ ਜਗ੍ਹਾ ਤੇ ਤੁਸੀਂ ਕੀ ਕਰੋ ਮਲਟੀਪਲ ਥਿਨ ਲੈਂਸਸ ਦੇ ਕੰਟੈਕਟ ਜਿਹੜੇ ਕਹਿੰਦਾ ਜੇ ਜੋੜਦੇ ਚੱਲੋ ਫਿਰ ਉਹਦੀ ਓਵਰਆਲ ਮੈਗਨੀਫਿਕੇਸ਼ਨ ਵੀ ਜ਼ਿਆਦਾ ਹੋਏਗੀ ਔਰ ਇਹਦੇ ਅੰਦਰ ਸਫੈਰਿਕਲ ਅਬਰੇਸ਼ਨਸ ਵਰਗੇ ਡਿਫੈਕਟ ਵੀ ਨਹੀਂ ਆਣਗੇ। ਆ ਗੱਲ ਸਮਝ ਲੱਗਦੀ ਵੀ ਠੀਕ ਹੈ। ਇਹੀ ਚੀਜ਼ ਇਹ ਤੋਂ ਫਿਰ ਗੱਲ ਕੰਟੀਨਿਊ ਕਰੀਏ ਤੇ ਮਤਲਬ ਆਪਣੇ ਕੋਲ ਜਿਹੜੀ ਫਿਰ ਟੋਟਲ ਮੈਗਨੀਫਿਕੇਸ਼ਨ ਆਈ ਆ ਉਹ ਕਿੰਨੀ ਆਈ ਜੀ ਜਿਹੜੇ ਇੰਡੀਵਿਜੂਅਲ ਲੈਂਸਸ ਆ ਇਹਨਾਂ ਦੀ ਮੈਗਨੀਫਿਕੇਸ਼ਨ ਦੀ ਪ੍ਰੋਡਕਟ ਫਾਰਮ ਚ ਆਈ ਤੇ ਪੁੱਤ ਜਦੋਂ ਸਿੰਗਲ ਕਨਵੈਕਸ ਲੈਂਸ ਅਸੀਂ ਯੂਜ਼ ਕੀਤਾ ਸੀ ਪਿਛਲੇ ਟੌਪਿਕ ਚ ਐਜ਼ ਅ ਸਿੰਪਲ ਮਾਈਕਰੋਸਕੋਪ ਇਹਦੀ ਮੈਗਨੀਫਿਕੇਸ਼ਨ ਦਾ ਫਾਰਮੂਲਾ ਸੀ ਆਲਰੇਡੀ ਡਰਾਈਵ ਕੀਤਾ ਸੀ ਹੋਇਆ ਬਟ ME ਨੂੰ ਲਿਖ ਕੇ ਚੱਲਾਂ ਤੇ ਪਿਛਲੇ ਟੌਪਿਕ ਦਾ ਰਿਜ਼ਲਟ ਹੈਗਾ ਤੁਹਾਡਾ 1 + d/, ਠੀਕ ਹੈ। ਤੇ ਆਹੀ ਵਾਲਾ ਫਾਰਮੂਲਾ ਵਿਦਆਊਟ ਡੈਰੀਵੇਸ਼ਨ ਡਾਇਰੈਕਟ ਤੁਸੀਂ ME ਵਾਸਤੇ ਯੂਜ਼ ਕਰ ਸਕਦੇ ਇਹਨਾਂ ਕੀਓ ਆ ਗੱਲ ਸਮਝ ਲੱਗਦੀ ਵੀ ਠੀਕ ਹੈ ਜੀ। ਦੂਜਾ ਆਪਣੇ ਕੋਲ ਆ ਗਿਆ ਕਿਹੜਾ M ਤੇ ਮੈਂ ਹੁਣੇ ਇੱਕ ਰੇਸ਼ੋ ਲਿਖੀ ਸੀ M ਹੁੰਦਾ H2/H1 ਤੇ ਦੂਜੇ ਪਾਸੇ V/U ਤੇ ਜੇ ਇੱਥੇ ਦੇਖੋ ਤੇ ਆ ਹਾਈਟ ਦੀ ਫਾਰਮ ਚ ਰੇਸ਼ੋ ਲਿਖੀ ਹੋਈ ਸੀ ਜੇ ਇਹ ਹਾਈਟ ਦੀ ਫਾਰਮ ਚ ਰੇਸ਼ੋ ਲਿਖੀ ਆ ਹਨਾ ਤੇ ਇਹਦੀ ਦੂਜੀ ਰੇਸ਼ੋ डिस्टेंस ਦੀ ਫਾਰਮ ਚ ਆ ਜਾਓ ਓਏ ਗੱਲ ਸਮਝ ਲੱਗਦੀ ਵੀ ਠੀਕ ਹੈ। ਇਹਦਾ ਮਤਲਬ ਜੇ ਇਹੀ ਚੀਜ਼ ਆਪਾਂ ਇੱਥੇ ਅਪਲਾਈ ਕਰੀਏ ਕਿ ਵੀ MO ਕਾਦੇ ਬਰਾਬਰ ਤੇ MO ਨੂੰ ਮੈਂ V/U ਲਿਖ ਸਕਦਾ ਕਿਹੜਾ V ਤੇ ਕਿਹੜਾ U ਕਹਿੰਦਾ ਜੀ ਇਹ ਦੋਨੋਂ ਚੀਜ਼ਾਂ ਆਬਜੈਕਟਿਵ ਲੈਂਸ ਲਈ ਡਿਫਾਈਨ ਕਰ ਆਬਜੈਕਟਿਵ ਲੈਂਸ ਦੀ ਇਮੇਜ ਡਿਸਟੈਂਸ ਤੇ ਆਬਜੈਕਟਿਵ ਲੈਂਸ ਦੀ ਆਬਜੈਕਟ ਡਿਸਟੈਂਸ ਹਨਾ। ਹੁਣ ਇਹਦੇ ਵਿੱਚੋਂ VO ਮੇਰਾ ਪੋਜ਼ਿਟਿਵ ਸਾਈਡ ਬਣਿਆ ਸੀ VO ਡਿਸਟੈਂਸ ਪਲੱਸ ਸਾਈਡ ਸੀਗਾ UO ਡਿਸਟੈਂਸ ਮੇਰਾ ਮਾਈਨਸ ਸਾਈਡ ਆ ਇਸ ਲਈ ਇਹਨੂੰ ਲਿਖਾਂ ਤੇ ਪਲੱਸ VO ਓਵਰ ਮਾਈਨਸ U ਆ ਦੋਨੋਂ ਦੀਆਂ ਦੋਨੋਂ ਵੈਲਿਊਜ਼ ਜਿਹੜੀਆਂ ਨੇ ਉਹ ਇਸ ਫਾਰਮੂਲੇ ਚ ਪੁੱਟ ਕਰਕੇ ਟੋਟਲ ਮੈਗਨੀਫਿਕੇਸ਼ਨ ਆਪਣੀ ਆ ਜਾਏਗੀ V0/-U0 into 1 + d/f यानी आ ਤੁਹਾਡੀ ਮੈਗਨੀਫਿਕੇਸ਼ਨ ਦਾ ਫਾਰਮੂਲਾ ਕਹਿੰਦਾ ਜੀ ਐਸਐਚ ਡਿਵੈਲਪ ਹੋ ਗਿਆ क्या ਇਹਨਾਂ ਪਹਿਲੋਂ ਕਲੀਅਰ ਉਹ ਨਿਆਣਿਓ ਇਹਨਾਂ ਕਲੀਅਰ ਹੋ ਜੇ ਉਹ ਗੁੰਗਿਓ ਉਹ ਹੈਗੇ ਮੇਰੀ ਆਵਾਜ਼ ਆ ਰਹੀ ਆ Yes, sir. Yes, sir. बोल को रब दा वास्ता बोल पिया करो इना क्लियर है पहलो Yes, sir. Yes, sir. मैं कहा मैं लगातार ही बोली गया तो शायद किते सौ ही ना गए हो इतने बेचारे तो सामने बैठे हो चाह के भी नहीं झोंक ला सकते। चलो हुण एक समझो कि मैं एक चीज डिफाइन की थी कि जदों कॉम्बिनेशन ऑफ लेंस आ या इंडिविजुअल लेंस है ना ਤੁਹਾਡੇ नोन वेरिएबल की हैगे ने इंडिविजुअल दोनों लेंसेस ਦੀ फोकल लेंथ नोन होएगी ठीक है जी। फिर दूजा ਜਿਹੜਾ ਵਾ ਇਹਨਾਂ ਦੇ ਵਿੱਚ ਦਾ ਲੀਸਟ ਡਿਸਟੈਂਸ ਨੋਨ ਹੋਏਗਾ ਯਾਨੀ ਤਿੰਨ ਨੋਨ ਵੇਰੀਏਬਲ ਇਸ ਵੇਲੇ ਆਪਣੇ ਹੈਗੇ ਇੱਕ D ਇੱਕ FO ਇੱਕ FE ਠੀਕ ਹੈ। ਤੇ ਆਪਾਂ ਐਸ ਐਚ ਇਹਨੂੰ ਫਰਦਰ ਮੋਡੀਫਾਈ ਕਰਨਾ ਹੋਵੇ ਤੇ ਇਹਦੇ ਅੰਦਰ ਇੱਕ ਅਸੰਪਸ਼ਨ ਲਗਾਈ ਸੀ। ਅਸੰਪਸ਼ਨ ਕੀ ਹੈ ਉਹ ਗੱਲ ਸਮਝਿਓ ਧਿਆਨ ਨਾਲ ਜਿੱਦਾਂ ਜਿੱਦਾਂ ਮੈਂ ਆਬਜੈਕਟ ਨੂੰ ਲੈਂਸ ਦੇ ਕਲੋਜ਼ ਲੈਂਦਾ ਜਾਵਾਂਗਾ ਠੀਕ ਹੈ F0 ਤੱਕ ਜੇ ਮੈਂ ਆਬਜੈਕਟ ਨੂੰ ਲੈ ਜਾਵਾਂ ਤੇ ਇਹਦੀ ਇਮੇਜ ਕਿਹੜੀ ਬਣੂ ਰੀਅਲ ਔਰ ਵਰਚੁਅਲ ਹਾਂਜੀ
ਕੀਤਾ ਕਰਾ ਸਾਰੇ ਦਾ ਬੇੜਾ ਕਰ ਮਿੰਟ ਜੀ ਕਰ ਦੇਗਾ। ਇੱਥੇ ਕੀ ਦੱਸਿਆ ਸੀ ਵਰਚੁਅਲ ਕਦੋਂ ਬਣਾਉਂਦਾ ਲੈਂਸ, ਉਹਦੇ ਲਈ ਆਬਜੈਕਟ ਕਿੱਥੇ ਹੋਣਾ ਚਾਹੀਦਾ, between focus and optical center। ਜੇ ਮੈਂ ਆਬਜੈਕਟ ਨੂੰ ਫੋਕਸ ਤੱਕ ਲੈ ਕੇ ਆਵਾਂ ਤੇ ਕਿਆ ਇਮੇਜ ਵਰਚੁਅਲ ਬਣੂ, ਇਨਫਿਨਿਟੀ ਤੇ ਬਣੀ ਨਾ, ਹੈਗੀ ਤਾਂ ਰੀਅਲ ਇਮੇਜ ਆ, ਵਰਚੁਅਲ ਤਾਂ ਨਹੀਂ ਹੋਈ। ਵਰਚੁਅਲ ਕਦੋਂ ਬਣਾਉਂਦਾ, between f and c ਆ ਜਾਵਾਂ, ਫਿਰ ਮੇਰੇ ਕੋਲ ਵਰਚੁਅਲ ਇਮੇਜ ਆ। ਇਹਦਾ ਮਤਲਬ ਹੈ ਜਿੱਦਾਂ ਜਿੱਦਾਂ ਮੈਂ ਆਬਜੈਕਟ ਅੱਗੇ ਨੂੰ ਮੂਵ ਕਰਦਾ ਜਾਵਾਂਗਾ ਤੇ ਜੇ ਮੈਂ ਆਬਜੈਕਟ ਦੀ ਰੀਅਲ ਇਮੇਜ ਹੀ ਬਣਾ ਕੇ ਰੱਖਣੀ ਤੇ ਮੈਂ ਮੈਕਸਿਮਮ ਕਿੱਥੇ ਤੱਕ ਆ ਸਕਦਾ, FO ਤੱਕ। ਤੇ ਜੇ ਮੈਂ FO ਤੇ ਆ ਜਾ ਤੇ ਯਾਨੀ ਜੇ u0 ਦੀ ਵੈਲਿਊ FO ਦੇ ਇਕੁਅਲ ਆ ਜੇ, ਠੀਕ ਹੈ, ਜੇ u0 ਦੀ ਵੈਲਿਊ FO ਦੇ ਇਕੁਅਲ ਆ ਜੇ, ਇਧਰੋਂ ਇਮੇਜ ਸ਼ਿਫਟ ਹੁੰਦੇ 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 ਪਿੱਛੇ ਨੂੰ, ਕਿਉਂਕਿ ਜਿੱਦਾਂ ਦਾ ਆਬਜੈਕਟ ਨੇ ਅੱਗੇ ਆਣਾ ਇਮੇਜ ਨੇ ਇਹ ਤੋਂ ਪਿੱਛੇ ਨੂੰ ਜਾਣਾ। ਕਹਿੰਦਾ ਜੀ ਜੇ ਇਮੇਜ ਇਧਰੋਂ ਸ਼ਿਫਟ ਹੁੰਦੇ ਹੁੰਦੇ ਇਸ ਲੈਂਸ ਦੇ ਬਿਲਕੁਲ ਨਾਲ ਜਾ ਜੁੜੇ, ਠੀਕ ਹੈ, ਤੇ ਅਸੰਪਸ਼ਨ ਇਹ ਨਾਲ ਲੱਗੀ ਹੋਈ ਹੈ ਕਿ ਲੈਂਸ ਥਿਨ ਵਾ। ਜੇ ਲੈਂਸ ਥਿਨ ਵਾ ਤਾਂ ਜਿਹੜੀ ਇਮੇਜ ਇੱਥੇ ਬਣੇਗੀ ਅਸੀਂ ਕੰਸੀਡਰ ਕਰਦੇ ਹਾਂ ਉਹ ਇਸ ਲੈਂਸ ਦੇ ਆਪਟੀਕਲ ਸੈਂਟਰ ਤੇ ਬਣੀ। ਇਹਦਾ ਮਤਲਬ ਇਧਰੋਂ ਆਬਜੈਕਟ ਚੱਲ ਕੇ u0 ਜਿਹੜਾ ਵਾ, ਕੰਡੀਸ਼ਨ ਮੈਥਮੈਟਿਕਲੀ ਆ ਕਹਿਣਾ ਚਾਹ ਰਿਹਾ ਕਿ if u0 approximately equal to ਕਿਹਦੇ ਹੋ ਜੇ f0 ਦੇ, ਉਹ ਕਹਿੰਦਾ ਜੀ ਫਿਰ ਇਧਰੋਂ ਜਿਹੜੀ ਇਮੇਜ ਸੀਗੀ c1 ਤੋਂ ਲੈ ਕੇ b' ਤੱਕ b0 ਹਨਾ, ਇਹ ਇਮੇਜ ਇਧਰੋਂ ਸ਼ਿਫਟ ਹੁੰਦੇ ਹੁੰਦੇ ਲੈਂਸ ਦੇ ਨਾਲ ਜਾ ਜੁੜਦੀ, ਠੀਕ ਹੈ। ਜੇ ਇਹ ਲੈਂਸ ਦੇ ਨਾਲ ਜਾ ਜੁੜਦੀ ਇਮੇਜ ਤੇ ਇਹਦਾ ਮਤਲਬ ਅਸੀਂ ਕਿਹਾ ਸੀ ਲੈਂਸ ਦੇ ਸੈਂਟਰ ਤੋਂ ਲੈਂਸ ਦੇ ਸੈਂਟਰ ਤੱਕ ਦੇ ਡਿਸਟੈਂਸ ਨੂੰ ਲੈਂਥ ਆਫ ਦਾ ਟਿਊਬ ਕਹਿੰਦੇ। ਇਹਦਾ ਮਤਲਬ ਇਹ ਹੋ ਗਿਆ ਕਿ ਜੇ ਮੇਰੇ ਕੋਲ ਆ ਇਮੇਜ ਬਿਲਕੁਲ ਇਹਦੇ ਨਾਲ ਜਾ ਕੇ ਜੁੜਦੀ ਹੈ ਤੇ ਇਹਦਾ ਮਤਲਬ ਤੁਹਾਡਾ ਜਿਹੜਾ v0 ਹੋਏਗਾ ਉਹ ਆਲਮੋਸਟ ਟਿਊਬ ਦੀ ਲੈਂਥ ਦੇ ਬਰਾਬਰ ਹੋ ਜੂ। ਆ ਗੱਲ ਸਮਝ ਲੱਗੀ, ਜੇ u0 f0 ਦੇ ਬਰਾਬਰ ਆ ਤੇ ਇਧਰੋਂ ਤੁਹਾਡੀ ਇਮੇਜ ਇਹਦੇ ਨਾਲ ਜਾ ਜੁੜੀ ਤੇ ਇਹਦਾ ਮਤਲਬ ਆ ਇਥੋਂ ਲੈ ਕੇ ਇੱਥੇ ਤੱਕ ਦਾ ਜਿਹੜਾ ਇਮੇਜ ਡਿਸਟੈਂਸ ਆ ਉਹ ਤੁਹਾਡੇ ਮਾਈਕਰੋਸਕੋਪ ਟਿਊਬ ਦੀ ਲੈਂਥ ਦੇ ਬਰਾਬਰ ਹੋ ਜੂ। ਤੇ ਅਸੀਂ ਇੱਥੇ ਕੰਡੀਸ਼ਨ ਫਿਰ ਇਦਾਂ ਲਗਾ ਦਿੰਦੇ ਕਿ ਜੇ u0 ਅਪਰੋਕਸੀਮੇਟਲੀ ਕਿਤੇ ਇਕੁਅਲ ਆਇਆ f0 ਦੇ ਤੇ ਫਿਰ ਜਿਹੜਾ ਤੁਹਾਡੇ ਕੋਲ v0 ਹੋਏਗਾ ਇਹ ਅਪਰੋਕਸੀਮੇਟਲੀ ਟਿਊਬ ਲੈਂਥ ਦੇ ਇਕੁਅਲ ਆ ਜੂ। ਆ ਦੋਨੋਂ ਕੰਡੀਸ਼ਨ ਇਸ ਫਾਰਮੂਲੇ ਚ ਜੇ ਵਾਪਸ ਭਰ ਦਈਏ ਫਿਰ ਸਾਡੇ ਕੋਲ ਮੈਗਨੀਫਿਕੇਸ਼ਨ ਦਾ ਫਾਰਮੂਲਾ ਜਿਹੜਾ ਉਹ ਆ ਜਾਏਗਾ, ਕਹਿੰਦਾ ਜੀ L by minus f0 into 1 plus d by f। यानी फिर आम इक्वल कहता जी माइक्रोस्कोप की मैग्नीफाइंग पावर का फार्मूला बनेगा। क्या इना क्लियर? पर एक कंडीशनल आ, हर बारी दा फार्मूला नहीं है, जनरल फार्मूला आ होएगा, ठीक है जी। ये फार्मूला उदों जदों आ अप्रोक्सीमेशन ਇਹਦੇ ਤੇ ਐਪਲੀਕੇਬਲ ਹੋਵੇਗੀ। इना क्लियर? ਇਸ ਤੋਂ ਬਾਅਦ ਇੱਕ ਅਸੀਂ ਹੋਰ ਫਾਰਮੂਲਾ ਇਹਦਾ ਡਿਫਾਈਨ ਕੀਤਾ ਸੀਗਾ ਕਿ ਜੇ ਤੁਸੀਂ ਆਬਜੈਕਟਿਵ ਲੈਂਸ ਤੇ ਤੁਸੀਂ ਲੈਂਸ ਫਾਰਮੂਲਾ ਲਗਾ ਦਿਓ। ਲੈਂਸ ਫਾਰਮੂਲਾ ਕੀ ਹੁੰਦਾ ਆਪਣਾ 1 by v0 minus 1 by u0 equal to 1 by f0 है ना। ਇੱਥੇ v0 by u0 ਪਿਆ, ਇਸ ਨਾਲ ਆਪਾਂ ਇੱਥੇ v0 by u0 ਬਣਾ ਲਈ ਇਸ ਪੂਰੀ ਇਕੁਏਸ਼ਨ ਨੂੰ v0 ਨਾਲ ਮਲਟੀਪਲਾਈ। ਇੱਥੇ v0 by v0 ਮੇਰਾ minus v0 by u0 equal to v0 by f0। ਅਸੀਂ v0 by u0 ਦੀ ਵੈਲਿਊ ਕੱਢਣੀ ਹੈ ਤੇ ਇਹਨੂੰ ਲੈ ਜਾਓ ਉਧਰ ਟਰਮ ਰੀਅਰੇਂਜ ਕਰ ਲਓ। therefore ਸਾਡੇ ਕੋਲ 1 minus v0 by fo ਜਿਹੜਾ ਉਹ v0 by u0 ਦੇ ਬਰਾਬਰ ਆ ਜੂ। ਯੈਸ ਸਰ। ਇਹਨਾਂ ਕਲੀਅਰ ਆ। ਹੁਣ ਆਹੀ ਵਾਲੀ ਵੈਲਿਊ ਤੁਸੀਂ ਇੱਥੇ ਲੈ ਕੇ ਕਹਿੰਦਾ ਜੀ v0 by u0 ਦੀ ਥਾਂ ਤੇ ਭਰ ਦੇ। therefore ਮੈਗਨੀਫਾਈਂਗ ਪਾਵਰ ਦਾ ਦੂਜਾ ਫਾਰਮੂਲਾ ਬਣਿਆ ਸੀ 1 minus v0 by f0 into 1 plus d by fe। और ये सारी टर्म मेरी जड़ी आ m equal to माइनस दे बराबर आ गई, ठीक है। आ माइनस साइन जड़ा पे वो नाल ऐसा चला जाएगा ते आ मेरे को जड़ा सेकंड फार्मूला करना जी को होल डेवलप हो जो न्यूमेरिकल। इना क्लियर है? इना समय लग रहा है पहले हम थोड़ा पॉज दे रहा। जे इने च कोई डाउट आ तो एक बार बोलो पहले बेटा। इना क्लियर है बच्चे? यस सर। बाकी नु क्लियर है? Yes, sir. Yes. ਮੈਨੂੰ ਇਹ ਹੁਣ ਦੱਸੋ ਇਸ ਤੋਂ ਅੱਗੇ ਲਿਖਿਆ ਸੀ? Yes, sir. ਖਤਮ ਕੀਤਾ ਸੀ ਕਿੱਥੇ ਕੀਤਾ ਸੀ ਨਾ? ਲਿਖੋ ਨੈਕਸਟ ਲਾਈਨ ਤੇ। ਇਸ ਤੋਂ ਅੱਗੇ ਦੋ ਤਿੰਨ ਪੁਆਇੰਟਸ ਹੈਗੇ ਇਸ ਨੋਟ ਕਰਨ ਵਾਲੇ ਨੋਟ ਕਰ ਲਓ। ਫਰਸਟ ਪੁਆਇੰਟ ਹੈ ਬੇਸ਼ੱਕ ਇਹਦਾ ਹੈਡਿੰਗ ਦੇ ਦਿਓ ਇੰਪੋਰਟੈਂਟ ਪੁਆਇੰਟਸ ਰਿਗਾਰਡਿੰਗ ਕੰਪਾਊਂਡ ਮਾਈਕਰੋस्कोप। इंपॉर्टेंट पॉइंट्स रिगार्डिंग कंपाउंड माइक्रोस्कोप। फर्स्ट लिखियो नेगेटिव साइन। नेगेटिव साइन shows that
negative sign shows that final image is inverted. Negative sign shows that final image is inverted with respect to original object. Final image is inverted with respect to original object. Final image is inverted with respect to original object. Number 2, as aperture of the lens, as aperture of the lenses are smaller, so defect like spherical aberrations. So defects like spherical aberrations. So defect like spherical aberrations can be minimized. Defect like spherical aberrations can be minimized. Third to last, in a compound microscope of good quality, objective lens and eyepiece, both are formed from number of lenses. Both are formed from number of thin lenses. Rather than to use a single thick lens. Clear the points? Can you continue? चलो. Next लिखो जी topic. बैठा जना मैं फिर लिखा नहीं हुआ. फिर को लिखा है topic. हाँ जरा. हैगा बोला. उन्हीं लिखा. चलो. Next लिखो जी. Astronomical telescopes. Astronomical telescope. It is an optical instrument. It is an optical instrument which is used to see the things. It is an optical instrument which is used to see the things. Which is used to see the distant object. Which is used to see the distant object. Next line. It consists of two convex lenses. It consists of two convex lenses which are held coaxially. With one another. Which are held coaxially with one another, and out of the two, objective lens should be off, and out of the two, objective lens should be off. Objective lens should be of larger in size, या large aperture.
objective lens should be of large aperture. Objective lens should be of large aperture and a large focal length. Objective lens should be of large aperture and a large focal length. Whereas eyepiece, whereas eye lens should be of smaller in focal length. Whereas eye lens should be of smaller in focal length and a smaller aperture. Whereas eye lens should be of smaller focal length and small aperture. Next line to kariyo. As the rays are coming from infinity, as the rays are coming from infinity, as the rays are coming from infinity, so objective lens gives a real image of the distant object. So objective lens gives a real image of the distant object, a real image of the distant object at focus of the lens, a real image of the distant object at focus of the lens. And now this image will act as a virtual object. Now this image will act as a virtual object for the eye lens. Full stop. As a final image is formed at infinity. As a final image is formed at infinity. Therefore, this virtual object, therefore this virtual object should be kept at focus of the eye lens, as shown in a ray diagram. देख लिया जी? चलो रे डायग्राम बनाना है। जे कोई वेरिएबल नहीं दिखता होगा तो दस दियो बेटा, मैं बोल के दस देना वाला। बनाओ जी जल्दी। Magnifying power of telescope. Magnifying power of telescope is defined as the ratio of angle subtended. इदी definition पिछलियां दोनों definition तो बदल जानी है. It is the ratio of the angle subtended at the eye
ratio of angles subtended at the eye by the final image to that of angle subtended at the eye to that of angle subtended at the eye by the object, angle subtended at the eye by the object directly when both image and object are at infinite distance apart. When both image and object at infinite distance apart. फिगर ਦੇ ਅੰਦਰ ऑब्जेक्ट ਦੀ रेज ਜਿਹੜੀਆਂ ਨੇ ਉਹਨਾਂ डायरेक्ट प्रिंसिपल एक्सिस ਨਾਲ अल्फा एंगल डिफाइन कर दियो। इमेज ਜਿਹੜੀ फाइनल इनफिनिटी ਤੇ ਬਣੀ ਆ ਉਹਦਾ डायरेक्ट एंगल बीटा डिफाइन कर दियो। हो गया जी, करिए चल नेक्स्ट लाइन, दैट इज m equal to beta by alpha approximately equal to tan beta by tan alpha. tan beta वास्ते ठीक है जी इस साइड तो ट्रायंगल ते tan alpha वास्ते इस साइड तो ट्रायंगल ले लो। tan beta अपने को बन जाना a dash b dash over c2 b dash into tan alpha इस ट्रायंगल चो डिफाइन हो जाना। ਉਹਦੇ ਲਈ ਮੇਰੇ ਕੋਲ ਆ ਜਾਏਗਾ ਕਿੰਨਾ ਜੀ a dash b dash over c1 b dash, यानी ਇਹ ਤੋਂ ਰਿਵਰਸ ਕਰ ਦੋ ਇਹਨੂੰ c1 b dash over a dash b dash ਤੇ a dash b dash ਆਪਣਾ ਕਾਮਨ ਨਿਕਲ ਜਾਣਾ। m ਦਾ ਫਾਰਮੂਲਾ ਆਪਣੇ ਕੋਲ ਆ ਜਾਏਗਾ c1 b dash over c2 b dash। c1 b dash ਦੀ डिस्टेंस देखो ਤੇ ਇਥੋਂ ਲੈ ਕੇ ਇੱਥੇ ਤੱਕ ਇਮੇਜ डिस्टेंस ਆ ठीक है जी, ਜਿਹਦਾ ਸਿੰਬਲ ਮੇਰੇ ਕੋਲ v0 ਆ यानी ਇਹਦੀ ਵੈਲਿਊ प्लस v0 ਆ ਜਾਏਗੀ। c2 b dash c2 ਤੋਂ ਲੈ ਕੇ b dash ਤੱਕ ਦਾ डिस्टेंस ਆ ਉਹ ਆਬਜੈਕਟ डिस्टेंस ਆ ਜਿਹੜਾ ਕਿ ਮਾਈਨਸ ਚ ਆ ਜਾਏਗਾ यानी प्लस vo by minus u। और अपने इस केस के अंदर जितना vo आ वही मेरा fo बनना, जितना मेरा ue आ वही मेरा fe बनना। इसलिए इन्हों ਆਪਾਂ लिखना होगे here v0 ਦੀ ਵੈਲਿਊ ਮੇਰੇ ਕੋਲ fo ਦੇ ਇਕੁਅਲ ਐਂਡ ue ਦੀ ਵੈਲਿਊ fe ਦੇ ਇਕੁਅਲ। ਇਸ ਕਰਕੇ ਤੁਹਾਡੇ ਕੋਲ ਮੈਗਨੀਫਾਈਂਗ ਪਾਵਰ ਦਾ ਫਾਰਮੂਲਾ प्लस f0 ओवर माइनस fe आ जाएगा। ठीक है, सो m का फॉर्मूला प्लस f0 by माइनस fe आ जाएगा। क्लियर है ना? इना हो गया जी। लास्ट लाइन लिखियो, नेगेटिव साइन लिखिए सेम वर्ड हियर। नेगेटिव साइन shows final image is inverted. Here negative sign shows final image is inverted with respect to original object. Final image is inverted with respect to original object. Second point, this relation shows magnifying power is directly proportional to focal length of objective lens, and inversely proportional to focal length of eyepiece, focal length of eye lens, and inversely proportional to focal length of eye lens. Last point, in normal adjustment of telescope, जो फाइनल इमेज इनफिनिटी ते होएगी नो नॉर्मल एडजस्टमेंट कहते हैं।
in normal adjustment of telescope, in normal adjustment of telescope, length of telescope tube, length of telescope tube is given by L equal to F naught plus Fe. In normal adjustment of telescope, length of telescope tube is given by L equal to F naught plus Fe. हो गया जी, चलो इना करो, कल नूं इनू एक्सप्लेन करांगे ते नाल अगला टॉपिक करांगे। ओके बच्चे, थैंक यू सर। वो ठीक है गूंगे हो? Yes, sir.